ਪਿਆਰੇ ਵਿਦਿਆਰਥੀਓ, ਅੱਜ ਅਸੀਂ 7ਵੀਂ ਜਮਾਤ ਦਾ ਪਾਠ 14ਵਾਂ ਬਿਜਲਈ ਧਾਰਾ ਅਤੇ ਇਸ ਦੇ ਪ੍ਰਭਾਵ ਪੜ੍ਹਾਂਗੇ। ਇਸ ਪਾਠ ਦੇ ਵਿੱਚ ਅਸੀਂ ਬਿਜਲਈ ਸਰਕਟ ਬਾਰੇ ਜਾਣਾਂਗੇ ਅਤੇ ਹੋਰ ਅਸੀਂ ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ਬਾਰੇ ਪੜ੍ਹਾਂਗੇ। ਤਾਪਨ ਪ੍ਰਭਾਵ ਤੋਂ ਬਾਅਦ ਅਸੀਂ ਬਿਜਲਈ ਧਾਰਾ ਦਾ ਚੁੰਬਕੀ ਪ੍ਰਭਾਵ ਵੀ ਪੜ੍ਹਾਂਗੇ। ਚੁੰਬਕੀ ਪ੍ਰਭਾਵ। ਮੈਂ ਸੁਖਿੰਦਰ ਸਿੰਘ, ਸਾਇੰਸ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੀ ਮੀਨਾ। ਆਓ ਇਸ ਪਾਠ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਕੁਝ ਬਿਜਲਈ ਘਟਕਾਂ ਦੇ ਪ੍ਰਤੀਕ ਜਾਣਦੇ ਹਾਂ। ਜਿਵੇਂ ਕਿ ਬਿਜਲੀ ਸੈੱਲ ਦਾ ਜਿਹੜਾ ਪ੍ਰਤੀਕ ਹੈ ਉਹ ਇਹ ਵਾਲਾ ਹੈ। ਇਸ ਵਿੱਚ ਕੀ ਹੁੰਦਾ ਹੈ ਕਿ ਬਿਜਲੀ ਸੈੱਲ ਨੂੰ ਇੱਕ ਵੱਡੀ ਲਾਈਨ ਤੇ ਇੱਕ ਛੋਟੀ ਲਾਈਨ ਨਾਲ ਲਿਖਿਆ ਜਾਂਦਾ ਹੈ। ਇਹ ਵੱਡੀ ਲਾਈਨ ਧਨ ਟਰਮੀਨਲ ਨੂੰ ਦਰਸਾਉਂਦੀ ਹੈ ਤੇ ਛੋਟੀ ਲਾਈਨ ਰਿਣ ਟਰਮੀਨਲ ਨੂੰ ਦਰਸਾਉਂਦੀ ਹੈ। ਇਸੇ ਤਰ੍ਹਾਂ ਬਿਜਲੀ ਬਲਬ ਦਾ ਪ੍ਰਤੀਕ ਇਹ ਹੈ। ਜੇਕਰ ਅਸੀਂ ਸਵਿੱਚ ਨੂੰ ਆਨ ਸਥਿਤੀ 'ਚ ਦੇਖਦੇ ਹਾਂ, ਤੁਹਾਨੂੰ ਇਸ ਤਰ੍ਹਾਂ ਦਰਸਾਉਂਦੇ ਹਾਂ, ਤੇ ਆਫ ਸਥਿਤੀ 'ਚ ਅਸੀਂ ਸਵਿੱਚ ਨੂੰ ਇਸ ਤਰ੍ਹਾਂ ਦਰਸਾਉਂਦੇ ਹਾਂ। ਅਤੇ ਬੈਟਰੀ ਨੂੰ ਅਸੀਂ ਕਾਫੀ ਸਾਰੇ ਸੈੱਲਾਂ ਦੇ ਜੋੜ ਦੇ ਰੂਪ ਵਿੱਚ ਦਰਸਾਉਂਦੇ ਹਾਂ। ਇਸ ਵਿੱਚ ਧਿਆਨ ਰੱਖਣਾ ਹੈ ਕਿ ਇੱਕ ਸੈੱਲ ਹੈ, ਉਸ ਦਾ ਇੱਕ ਸੈੱਲ ਪੂਰਾ ਤਿਆਰ ਹੋ ਗਿਆ। ਹੁਣ ਜਿਹੜਾ ਧਨ ਟਰਮੀਨਲ ਹੈ ਇਹ ਰਿਣ ਟਰਮੀਨਲ ਹੈ। ਦੂਸਰੇ ਸੈੱਲ ਦਾ ਧਨ ਟਰਮੀਨਲ ਇੱਥੇ ਜੁੜੇਗਾ ਤੇ ਰਿਣ ਟਰਮੀਨਲ ਦੂਸਰਾ ਬਣੇਗਾ। ਐਵੇਂ ਤੀਸਰੇ ਸੈੱਲ ਦਾ ਧਨ ਟਰਮੀਨਲ ਰਿਣ ਟਰਮੀਨਲ ਜੁੜੇਗਾ। ਇਸ ਤਰ੍ਹਾਂ ਸਾਡੇ ਕੋਲ ਕਾਫੀ ਸਾਰੇ ਸੈੱਲਾਂ ਦਾ ਕੰਬੀਨੇਸ਼ਨ ਬਣ ਜਾਏਗਾ ਤੇ ਇਸ ਨੂੰ ਕੀ ਕਿਹਾ ਜਾਂਦਾ ਹੈ? ਬੈਟਰੀ। ਇਸ ਤਰ੍ਹਾਂ ਜੋੜਕ ਤਾਰ ਨੂੰ ਅਸੀਂ ਇੱਕ ਲਾਈਨ ਨਾਲ ਦਰਸਾਇਆ ਜਾਂਦਾ ਹੈ। ਆਓ ਹੁਣ ਇੱਕ ਸਰਕਟ ਤਿਆਰ ਕਰਦੇ ਹਾਂ। ਜਿਵੇਂ ਕਿ ਸਾਡੇ ਕੋਲ ਇੱਕ ਬਿਜਲਈ ਸੈੱਲ ਹੈ ਤੇ ਉਸ ਦੇ ਨਾਲ ਬਿਜਲਈ ਬਲਬ ਜੁੜਿਆ ਹੋਇਆ ਹੈ। ਹੁਣ ਬਿਜਲੀ ਸੈੱਲ ਅਤੇ ਬਿਜਲੀ ਬਲਬ ਨੂੰ ਅਸੀਂ ਤਾਰ ਦੀ ਸਹਾਇਤਾ ਦੇ ਨਾਲ ਆਪਸ ਜੋੜਿਆ ਤੇ ਇਹ ਇੱਕ ਸਾਡੇ ਕੋਲ ਸਧਾਰਨ ਸਵਿੱਚ ਹੈ। ਹੁਣ ਇਹ ਸਾਰੇ ਨੂੰ ਅਸੀਂ ਇੱਕ ਸਰਕਟ ਡਾਇਗਰਾਮ ਦੇ ਵਿੱਚ ਕਿਵੇਂ ਲਿਖਣਾ ਹੈ? ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡੇ ਕੋਲ ਇੱਕ ਬਿਜਲੀ ਸੈੱਲ ਹੈ, ਇਹ ਬਿਜਲੀ ਸੈੱਲ ਹੈ। ਬਿਜਲੀ ਸੈੱਲ ਦਾ ਇਹ ਧਨ ਟਰਮੀਨਲ ਹੈ, ਇਹ ਵਾਲਾ ਪਾਸਾ, ਇਹ ਪਾਸਾ ਰਿਣ ਟਰਮੀਨਲ ਹੈ। ਹੁਣ ਦੇਖੋ ਧਨ ਟਰਮੀਨਲ ਨੂੰ ਅਸੀਂ ਸਵਿੱਚ ਨਾਲ ਜੋੜਿਆ ਹੋਇਆ ਹੈ ਤੇ ਇੱਥੇ ਕੀ ਕਰਾਂਗੇ? ਧਨ ਟਰਮੀਨਲ ਨੂੰ ਅਸੀਂ ਜੋੜਕ ਤਾਰ ਦੀ ਸਹਾਇਤਾ ਨਾਲ ਸਵਿੱਚ ਨਾਲ ਜੋੜ ਦਿਆਂਗੇ। ਦੂਸਰੇ ਪਾਸੇ ਬਲਬ ਦਾ ਜਿਹੜਾ ਰਿਣ ਟਰਮੀਨਲ ਹੈ ਉਹ ਸੈੱਲ ਦੇ ਰਿਣ ਟਰਮੀਨਲ ਜੁੜਿਆ ਹੋਇਆ ਹੈ। ਤਾਂ ਦੇਖ ਲਓ ਆਪਣੇ ਕੋਲ ਬਲਬ ਦਾ ਰਿਣ ਟਰਮੀਨਲ, ਸੈੱਲ ਦੇ ਰਿਣ ਟਰਮੀਨਲ। ਇਸ ਤਰ੍ਹਾਂ ਹੀ ਜਿਹੜਾ ਸੈੱਲ ਬਿਜਲੀ ਬਲਬ ਦਾ ਧਨ ਟਰਮੀਨਲ ਹੈ ਉਹ ਸਵਿੱਚ ਦੇ ਦੂਸਰੇ ਪਾਸੇ ਨਾਲ ਜੁੜਿਆ ਹੋਇਆ ਹੈ। ਇਹ ਆਨ ਸਥਿਤੀ ਦਾ ਸਰਕਟ ਡਾਇਗਰਾਮ ਹੈ। ਐਵੇਂ ਅਸੀਂ ਆਫ ਸਥਿਤੀ ਦਾ ਸਰਕਟ ਡਾਇਗਰਾਮ ਵੀ ਬਣਾ ਸਕਦੇ ਹਾਂ। ਇੱਥੇ ਕੀ ਅਸੀਂ ਕਰਾਂਗੇ? ਜਿਹੜਾ ਬਿਜਲਈ ਸੈੱਲ ਹੈ ਉਸ ਦਾ ਧਨ ਟਰਮੀਨਲ ਸਵਿੱਚ ਦੇ ਇੱਕ ਪਾਸੇ ਨਾਲ ਜੁੜਿਆ ਹੈ। ਇੱਥੇ ਸਵਿੱਚ ਸਾਡੇ ਕੋਲ ਆਫ ਸਥਿਤੀ ਵਾਲਾ ਹੈ ਤੇ ਸਵਿੱਚ ਦਾ ਦੂਸਰਾ ਪਾਸਾ ਬਲਬ ਦੇ ਧਨ ਟਰਮੀਨਲ ਨਾਲ ਜੁੜਿਆ ਹੈ ਅਤੇ ਸੈੱਲ ਦਾ ਰਿਣ ਟਰਮੀਨਲ ਬਲਬ ਦੇ ਰਿਣ ਟਰਮੀਨਲ ਜੁੜਿਆ ਹੈ। ਇਹ ਸਾਡੇ ਕੋਲ ਆਫ ਸਥਿਤੀ ਹੈ, ਜਿਹਨੂੰ ਖੁੱਲਾ ਸਰਕਟ ਕਹਿੰਦੇ ਨੇ। ਇਹ ਔਨ ਸਥਿਤੀ ਹੈ, ਜਿਸ ਨੂੰ ਬੰਦ ਸਰਕਟ ਕਹਿੰਦੇ ਨੇ। ਬੰਦ ਸਰਕਟ ਦੇ ਵਿੱਚ ਤੁਸੀਂ ਯਾਦ ਰੱਖਣਾ ਹੈ, ਜਦੋਂ ਸਰਕਟ ਬੰਦ ਹੋਏਗਾ, ਬੰਦ ਸਰਕਟ ਦੇ ਵਿੱਚ ਕੀ ਹੁੰਦਾ ਹੈ? ਜਿਹੜਾ ਬਲਬ ਹੁੰਦਾ ਹੈ, ਬਲਬ ਦੀਪਤ ਹੁੰਦਾ ਹੈ। ਜਿਹੜਾ ਸਰਕਟ ਖੁੱਲਾ ਹੁੰਦਾ ਹੈ, ਜਦੋਂ ਸਰਕਟ ਖੁੱਲਾ ਹੋਏਗਾ, ਖੁੱਲਾ ਸਰਕਟ, ਜਿਹੜਾ ਬਲਬ ਹੈ ਉਹ ਦੀਪਤ ਨਹੀਂ ਹੋਏਗਾ। ਪਿਆਰੇ ਬੱਚਿਓ, ਆਫ ਦੀ ਸਥਿਤੀ ਦੇ ਵਿੱਚ ਸਰਕਟ ਖੁੱਲਾ ਹੁੰਦਾ ਹੈ, ਔਨ ਦੀ ਸਥਿਤੀ 'ਚ ਸਰਕਟ ਬੰਦ ਹੁੰਦਾ ਹੈ। ਅਸੀਂ 6ਵੀਂ ਕਲਾਸ 'ਚ ਪੜ੍ਹ ਚੁੱਕੇ ਹਾਂ ਕਿ ਬਲਬ ਉਦੋਂ ਹੀ ਦੀਪਤ ਹੁੰਦਾ ਹੈ ਜਦੋਂ ਬਿਜਲਈ ਸਰਕਟ ਦੇ ਵਿੱਚੋਂ ਬਿਜਲੀ ਧਾਰਾ ਦਾ ਪ੍ਰਵਾਹ ਹੁੰਦਾ ਹੈ। ਬਿਜਲੀ ਧਾਰਾ ਦਾ ਪ੍ਰਵਾਹ ਤਾਂ ਹੀ ਹੋਏਗਾ ਜੇਕਰ ਸਰਕਟ ਬੰਦ ਹੋਏਗਾ। ਜੇਕਰ ਸਰਕਟ ਕਿਸੇ ਜਗ੍ਹਾ ਤੋਂ ਟੁੱਟਿਆ ਹੋਇਆ ਹੈ ਜਾਂ ਖੁੱਲਿਆ ਹੈ ਤੇ ਬਿਜਲੀ ਧਾਰਾ ਦਾ ਪ੍ਰਵਾਹ ਨਹੀਂ ਹੋਏਗਾ ਤੇ ਬਲਬ ਦੀਪਤ ਨਹੀਂ ਹੋਏਗਾ। ਪਿਆਰੇ ਬੱਚਿਓ, ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਕਿ ਬਿਜਲੀ ਸਰਕਟ ਦੇ ਵਿੱਚੋਂ ਜਦੋਂ ਵੀ ਸਰਕਟ ਔਨ ਦੀ ਸਥਿਤੀ 'ਚ ਹੋਏਗਾ ਤਾਂ ਉਦੋਂ ਸਰਕਟ ਕੀ ਹੋਏਗਾ? ਬੰਦ। ਤੇ ਜਦੋਂ ਇਹ ਆਫ ਦੀ ਸਥਿਤੀ 'ਚ ਹੋਏਗਾ ਉਦੋਂ ਅਸੀਂ ਇਹਨੂੰ ਕੀ ਕਹਾਂਗੇ? ਖੁੱਲਾ ਸਰਕਟ। ਉਸ ਸਮੇਂ ਬਿਜਲੀ ਧਾਰਾ ਦਾ ਪ੍ਰਵਾਹ ਨਹੀਂ ਹੋਵੇਗਾ।
ਪਿਆਰੇ ਬੱਚਿਓ, ਹੁਣ ਅਸੀਂ ਬਿਜਲਈ ਧਾਰਾ ਦੇ ਤਾਪਨ ਪ੍ਰਭਾਵ ਨੂੰ ਪੜ੍ਹਦੇ ਹਾਂ। ਜਦੋਂ ਕਿਸੇ ਤਾਰ ਵਿੱਚੋਂ ਕੋਈ ਬਿਜਲਈ ਧਾਰਾ ਵਹਿੰਦੀ ਹੈ ਤਾਂ ਉਹ ਗਰਮ ਹੋ ਜਾਂਦੀ ਹੈ। ਇਸ ਨੂੰ ਬਿਜਲਈ ਧਾਰਾ ਦਾ ਤਾਪਨ ਪ੍ਰਭਾਵ ਕਹਿੰਦੇ ਹਨ। ਪਿਆਰੇ ਬੱਚਿਓ, ਹਮੇਸ਼ਾ ਤੁਸੀਂ ਯਾਦ ਰੱਖਣਾ ਹੈ, ਜਦੋਂ ਵੀ ਕਿਸੇ ਤਾਰ ਦੇ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ ਤਾਂ ਉਹ ਕੀ ਹੋ ਜਾਂਦੀ ਹੈ? ਗਰਮ। ਇਸ ਨੂੰ ਕੀ ਕਿਹਾ ਜਾਂਦਾ ਹੈ? ਬਿਜਲੀ ਧਾਰਾ ਦਾ ਤਾਪਨ ਪ੍ਰਭਾਵ। ਹੁਣ ਬਿਜਲੀ ਤਾਰ ਦਾ ਗਰਮ ਹੋਣਾ ਉਸ ਤਾਰ ਦੇ ਪ੍ਰਤੀਰੋਧ ਤੇ ਨਿਰਭਰ ਕਰਦਾ ਹੈ। ਪਿਆਰੇ ਬੱਚਿਓ, ਇਹ ਤੁਸੀਂ ਯਾਦ ਰੱਖਣਾ ਹੈ ਕਿ ਜਿਹੜੀ ਤਾਰ ਗਰਮ ਹੁੰਦੀ ਹੈ, ਉਹ ਤਾਰ ਦਾ ਜਿਹੜਾ ਗਰਮ ਹੋਣਾ ਹੈ ਉਹ ਕਿਸ ਤੇ ਨਿਰਭਰ ਕਰਦਾ ਹੈ? ਤਾਰ ਦੇ ਪ੍ਰਤੀਰੋਧ ਤੇ। ਹੁਣ ਜਿਹੜਾ ਪ੍ਰਤੀਰੋਧ ਕੀ ਹੁੰਦਾ ਹੈ, ਇਹ ਅਸੀਂ 10ਵੀਂ ਜਮਾਤ ਚ ਪੜਾਂਗੇ। ਇਹ ਤਾਂ ਦੱਸ ਰਿਹਾ, ਤੁਹਾਡੇ ਮਨ 'ਚ ਕੁਐਸਚਨ ਹੋਏਗਾ ਕਿ ਜਦੋਂ ਅਸੀਂ ਬਿਜਲੀ ਪ੍ਰੈਸ ਜਾਂ ਬਿਜਲੀ ਹੀਟਰ ਨੂੰ ਇੱਕ ਤਾਰ ਰਾਹੀਂ ਸਰਕਟ ਦੇ ਵਿੱਚ ਜੋੜਦੇ ਹਾਂ ਤਾਂ ਉਸ ਸਮੇਂ ਤਾਂ ਜਿਹੜੀ ਤਾਰ ਹੈ ਉਹ ਗਰਮ ਨਹੀਂ ਹੁੰਦੀ, ਇੰਨੀ ਜ਼ਿਆਦਾ ਤਾਰ ਗਰਮ ਨਹੀਂ ਹੁੰਦੀ, ਪਰ ਜਿਹੜੀ ਬਿਜਲੀ ਹੀਟਰ ਦੀ ਜਿਹੜੀ ਕੁੰਡਲੀ ਹੈ ਉਹ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ। ਅਜਿਹਾ ਕਿਉਂ ਹੁੰਦਾ ਹੈ? ਕਿਉਂਕਿ ਜਿਹੜੀ ਕੁੰਡਲੀ ਹੁੰਦੀ ਹੈ ਉਸ ਦਾ ਪ੍ਰਤੀਰੋਧ ਬਹੁਤ ਜ਼ਿਆਦਾ ਹੁੰਦਾ ਹੈ, ਤੇ ਜਿਹੜੀ ਤਾਰ ਹੈ ਜਿਸ ਦੇ ਨਾਲ ਅਸੀਂ ਇਸ ਨੂੰ ਸੌਕਟ ਦੇ ਵਿੱਚ ਜੋੜਦੇ ਹਾਂ ਉਸ ਤਾਰ ਦਾ ਪ੍ਰਤੀਰੋਧ ਬਹੁਤ ਘੱਟ ਹੁੰਦਾ ਹੈ। ਜਿਸ ਤਾਰ ਦਾ ਪ੍ਰਤੀਰੋਧ ਜ਼ਿਆਦਾ ਹੋਵੇਗਾ ਉਹ ਉਨੀ ਜ਼ਿਆਦਾ ਹੀ ਗਰਮ ਹੋਏਗੀ। ਇਸ ਆਧਾਰ ਤੇ ਕਾਫੀ ਸਾਰੇ ਉਪਕਰਨ ਬਣਦੇ ਨੇ, ਜਿਵੇਂ ਇਲੈਕਟ੍ਰਿਕ ਹੀਟਰ ਬਿਜਲੀ ਹੀਟਰ, ਇਲੈਕਟ੍ਰਿਕ ਰੂਮ ਹੀਟਰ ਬਿਜਲਈ ਕਮਰਾ ਹੀਟਰ, ਇਲੈਕਟ੍ਰਿਕ ਆਇਰਨ ਬਿਜਲਈ ਪ੍ਰੈਸ, ਇਲੈਕਟ੍ਰਿਕ ਕੇਤਲ ਕੈਟਲ। ਜਿਹੜੀ ਆਪਣੇ ਕੋਲ ਕੈਟਲ ਹੈ ਇਹ ਵੀ ਇਸ ਸਿਧਾਂਤ ਤੇ ਬਣੀ ਹੋਈ ਹੈ। ਪਿਆਰੇ ਬੱਚਿਓ, ਤੁਸੀਂ ਹਮੇਸ਼ਾ ਯਾਦ ਰੱਖਣਾ ਹੈ ਕਿ ਜਦੋਂ ਵੀ ਕਿਸੇ ਤਾਰ ਦੇ ਵਿੱਚੋਂ ਬਿਜਲੀ ਧਾਰਾ ਲੰਘਦੀ ਹੈ ਤੇ ਉਹ ਤਾਰ ਕੀ ਹੋ ਜਾਂਦੀ ਹੈ? ਗਰਮ। ਪਰ ਜਿਹੜੀ ਤਾਰ ਦਾ ਗਰਮ ਹੋਣਾ ਉਹ ਕਿਸ ਤੇ ਨਿਰਭਰ ਕਰਦਾ ਹੈ? ਤਾਰ ਦੇ ਪ੍ਰਤੀਰੋਧ ਤੇ। ਜਿਸ ਤਾਰ ਦਾ ਪ੍ਰਤੀਰੋਧ ਵੱਧ ਹੋਏਗਾ ਉਹ ਤਾਰ ਜ਼ਿਆਦਾ ਗਰਮ ਹੋਵੇਗੀ ਜਾਂ ਉਹ ਕੁੰਡਲੀ ਜ਼ਿਆਦਾ ਗਰਮ ਹੋਏਗੀ। ਜਿਸ ਤਾਰ ਦਾ ਪ੍ਰਤੀਰੋਧ ਘੱਟ ਹੋਏਗਾ ਉਹ ਘੱਟ ਗਰਮ ਹੋਏਗੀ। ਹੁਣ ਆਮ ਕਰਕੇ ਜਿਹੜੇ ਸਾਡੇ ਘਰਾਂ ਦੇ ਵਿੱਚ ਜਿਹੜਾ ਸਰਕਟ ਦੇ ਵਿੱਚ ਤਾਰ ਵਰਤੀ ਜਾਂਦੀ ਹੈ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਬਿਜਲੀ ਤਾਰਾਂ ਨੂੰ ਲਿਜਾਣ ਲਈ ਜਿਹੜੀਆਂ ਸਰਕਟ ਦੇ ਵਿੱਚ ਤਾਰਾਂ ਵਰਤੀਆਂ ਜਾਂਦੀਆਂ ਨੇ ਉਹਨਾਂ ਦਾ ਪ੍ਰਤੀਰੋਧ ਬਹੁਤ ਘੱਟ ਹੁੰਦਾ ਹੈ, ਇਸ ਕਰਕੇ ਉਹ ਜ਼ਿਆਦਾ ਗਰਮ ਨਹੀਂ ਹੁੰਦੀਆਂ। ਪਰ ਜਿਹੜੇ ਉਪਕਰਨ ਸਾਨੂੰ ਗਰਮੀ ਦਿੰਦੇ ਨੇ ਉਹਨਾਂ ਦੇ ਵਿੱਚ ਜਿਹੜੀ ਕੁੰਡਲੀ ਦੇ ਵਿੱਚ ਤਾਰ ਵਰਤੀ ਜਾਂਦੀ ਹੈ ਉਸ ਦਾ ਪ੍ਰਤੀਰੋਧ ਬਹੁਤ ਜ਼ਿਆਦਾ ਹੁੰਦਾ ਹੈ, ਇਸ ਕਰਕੇ ਉਹ ਗਰਮੀ ਪੈਦਾ ਕਰਦੇ ਹਨ ਤੇ ਇਸ ਗਰਮੀ ਨੂੰ ਅਸੀਂ ਵੱਖਰੇ ਵੱਖਰੇ ਕੰਮਾਂ ਲਈ ਵਰਤ ਸਕਦੇ ਹਾਂ। ਹੁਣ ਬਿਜਲੀ ਤਾਰਾਂ ਦੇ ਤਾਪਨ ਪ੍ਰਭਾਵ ਦੇ ਆਧਾਰ ਤੇ ਇੱਕ ਹੋਰ ਉਪਕਰਨ ਬਣਾਇਆ ਜਾਂਦਾ ਹੈ ਜਿਸ ਨੂੰ ਬਿਜਲਈ ਫਿਊਜ਼ ਕਿਹਾ ਜਾਂਦਾ ਹੈ। ਪਿਆਰੇ ਬੱਚਿਓ, ਇਹ ਸਾਡੇ ਕੋਲ ਜਿਹੜੀ ਡਾਇਗਰਾਮ ਤੁਸੀਂ ਦੇਖ ਰਹੇ ਹੋ ਇਹ ਫਿਊਜ਼ ਦੀ ਡਾਇਗਰਾਮ ਹੈ। ਹੁਣ ਤੁਸੀਂ ਇਹ ਜਾਣਨਾ ਚਾਹੋਗੇ ਕਿ ਫਿਊਜ਼ ਕੀ ਹੁੰਦਾ ਹੈ। ਫਿਊਜ਼ ਇੱਕ ਅਜਿਹਾ ਉਪਕਰਨ ਹੈ ਜਿਹੜਾ ਸਾਡੇ ਘਰ ਦੇ ਵਿੱਚ ਸ਼ਾਰਟ ਸਰਕਟ ਆਉਣ ਤੇ ਟੁੱਟ ਜਾਂਦਾ ਹੈ। ਹੁਣ ਜਦੋਂ ਵੀ ਸਾਡੇ ਘਰ ਦੇ ਵਿੱਚ ਬਿਜਲੀ ਤਾਰਾਂ ਦੀ ਖਪਤ ਜ਼ਿਆਦਾ ਵੱਧਦੀ ਹੈ ਉਸ ਸਮੇਂ ਇਹ ਫਿਊਜ਼ ਟੁੱਟ ਜਾਂਦਾ ਹੈ। ਇਹ ਫਿਊਜ਼ ਕਿਸ ਸਿਧਾਂਤ ਤੇ ਕੰਮ ਕਰਦਾ ਹੈ ਇਸ ਬਾਰੇ ਜਾਣਦੇ ਹਾਂ। ਹੁਣ ਅਸੀਂ ਪਿੱਛੇ ਪੜ੍ਹ ਚੁੱਕੇ ਹਾਂ ਕਿ ਜਦੋਂ ਵੀ ਕਿਸੇ ਤਾਰ ਦੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ ਤਾਂ ਉਹ ਤਾਰ ਕੀ ਹੋ ਜਾਂਦੀ ਹੈ? ਗਰਮ ਹੋ ਜਾਂਦੀ ਹੈ। ਕੁਝ ਵਿਸ਼ੇਸ਼ ਪਦਾਰਥਾਂ ਦੀਆਂ ਬਣੀਆਂ ਤਾਰਾਂ ਵਿੱਚੋਂ ਜਦੋਂ ਵਧੇਰੇ ਮਾਤਰਾ ਵਿੱਚ ਬਿਜਲਈ ਧਾਰਾ ਗੁਜ਼ਰਦੀ ਹੈ ਤਾਂ ਉਹ ਜਲਦੀ ਹੀ ਪਿਘਲ ਕੇ ਟੁੱਟ ਜਾਂਦੇ ਹਨ। ਇਹਨਾਂ ਤਾਰਾਂ ਦੀ ਵਰਤੋਂ ਬਿਜਲਈ ਫਿਊਜ਼ ਬਣਾਉਣ ਵਿੱਚ ਕੀਤੀ ਜਾਂਦੀ ਹੈ। ਇੱਥੇ ਕੀ ਹੈ, ਆਪਣੇ ਘਰ ਨੂੰ ਜਿਹੜਾ ਸਰਕਟ ਜਾਂਦਾ ਹੈ ਉੱਥੋਂ ਇੱਕ ਮੇਨ ਤਾਰ ਇਸ ਤੋਂ ਵਿੱਚੋਂ ਬਾਹਰ ਨਿਕਾਲੀ ਜਾਂਦੀ ਹੈ, ਜਿਵੇਂ ਕਿ ਇੱਥੋਂ ਬਿਜਲੀ ਤਾਰਾ ਆ ਰਹੀ ਹੈ ਤੇ ਇਸ ਤੋਂ ਬਿਜਲੀ ਤਾਰਾ ਵਾਪਸ ਜਾਏਗੀ। ਹੁਣ ਇਹਨਾਂ ਦੋਨਾਂ ਟਰਮੀਨਲ ਨੂੰ ਆਪਸ ਵਿੱਚ ਇੱਕ ਤਾਰ ਰਾਹੀਂ ਜੋੜਿਆ ਜਾਂਦਾ ਹੈ ਜਿਸ ਤਾਰ ਨੂੰ ਫਿਊਜ਼ ਕਿਹਾ ਜਾਂਦਾ ਹੈ। ਉਹ ਫਿਊਜ਼ ਤਾਰ ਇੱਥੇ ਸੰਪਰਕ 'ਚ ਰੱਖ ਦਿੱਤੀ ਜਾਂਦੀ ਹੈ ਤੇ ਇਹ ਵਾਲਾ ਫਿਊਜ਼ ਇਹ ਜਿਹੜਾ ਉਪਕਰਨ ਹੈ ਇਹਦੇ 'ਚ ਫਿੱਟ ਕਰ ਦਿੱਤਾ ਜਾਂਦਾ ਹੈ। ਇਹ ਫਿਊਜ਼ ਦੀ ਇੱਕ ਨਿਸ਼ਚਿਤ ਮਾਤਰਾ ਹੁੰਦੀ ਹੈ ਜਿੱਥੋਂ ਤੱਕ ਕਿ ਇਹ ਬਿਜਲੀ ਤਾਰਾਂ ਦਾ ਪ੍ਰਵਾਹ ਕਰ ਸਕਦਾ ਹੈ, ਪਰ ਜਦੋਂ ਵੀ ਇਸ ਦੀ ਨਿਸ਼ਚਿਤ ਮਾਤਰਾ ਤੋਂ ਵੱਧ ਬਿਜਲੀ ਤਾਰਾਂ ਦਾ ਪ੍ਰਵਾਹ ਹੋਵੇਗਾ ਤੇ ਇਹ ਤਾਰ ਪਿਘਲ ਕੇ ਟੁੱਟ ਜਾਂਦੀ ਹੈ ਜਿਸ ਨਾਲ ਬਿਜਲੀ ਸਰਕਟ ਵੀ ਟੁੱਟ ਜਾਂਦਾ ਹੈ ਅਤੇ ਅਸੀਂ ਸ਼ਾਰਟ ਸਰਕਟ ਦੀ ਸਥਿਤੀ ਤੋਂ ਬਚ ਸਕਦੇ ਹਾਂ। ਮਾਰਕੀਟ ਦੇ ਵਿੱਚ ਵੱਖਰੇ ਵੱਖਰੇ ਤਰ੍ਹਾਂ ਦੇ ਫਿਊਜ਼ ਮਿਲਦੇ ਨੇ, ਜਿਵੇਂ ਕਿ 3 ਐਂਪੀਅਰ 5 ਐਂਪੀਅਰ ਅਤੇ 13 ਐਂਪੀਅਰ। ਹੁਣ ਤੁਹਾਡੇ ਮਨ 'ਚ ਕੁਐਸਚਨ ਆਵੇਗਾ ਐਂਪੀਅਰ ਕੀ ਹੈ? ਬਿਜਲੀ ਧਾਰਾ ਦੀ ਮਾਪਣ ਦੀ ਇਕਾਈ ਨੂੰ ਐਂਪੀਅਰ ਕਿਹਾ ਜਾਂਦਾ ਹੈ। ਇਹ ਫਿਊਜ਼ ਸਿਰਫ 3 ਐਂਪੀਅਰ ਬਿਜਲੀ ਧਾਰਾ ਲਗਾ ਸਕਦਾ ਹੈ।
ਜਦੋਂ ਵੀ 3 ਐਂਪੀਅਰ ਤੋਂ ਜ਼ਿਆਦਾ ਬਿਜਲੀ ਧਾਰਾ ਇਸ ਫਿਊਜ਼ ਦੇ ਵਿੱਚੋਂ ਪ੍ਰਵਾਹਿਤ ਹੋਏਗੀ ਤਾਂ ਕੀ ਹੋਏਗਾ, ਇਸ ਫਿਊਜ਼ ਦੇ ਵਿੱਚ ਲੱਗੀ ਤਾਰ ਪਿੰਗਲ ਕੇ ਟੁੱਟ ਜਾਵੇਗੀ ਅਤੇ ਸਰਕਟ ਵੀ ਟੁੱਟ ਜਾਏਗਾ। ਹੁਣ ਜੇਕਰ ਆਪਾਂ 5 ਐਂਪੀਅਰ ਵਾਲਾ ਬਿਜਲੀ ਫਿਊਜ਼ ਵਰਤਾਂਗੇ, ਇਹ ਸਿਰਫ 5 ਐਂਪੀਅਰ ਤੱਕ ਬਿਜਲੀ ਧਾਰਾ ਪ੍ਰਵਾਹਿਤ ਕਰ ਸਕਦਾ ਹੈ। ਜਦੋਂ ਵੀ ਇਸ ਦੇ ਵਿੱਚੋਂ 5 ਐਂਪੀਅਰ ਤੋਂ ਉੱਪਰ ਬਿਜਲੀ ਧਾਰਾ ਪ੍ਰਵਾਹਿਤ ਹੋਵੇਗੀ ਤਾਂ ਕੀ ਹੋਵੇਗਾ, ਇਸ ਵਿੱਚ ਲੱਗੀ ਹੋਈ ਤਾਰ ਪਿੰਗਲ ਕੇ ਟੁੱਟ ਜਾਵੇਗੀ ਅਤੇ ਸਰਕਟ ਵੀ ਟੁੱਟ ਜਾਏਗਾ ਅਤੇ ਅਸੀਂ ਸਰਕਟ ਤੋਂ ਬਚ ਸਕਦੇ ਹਾਂ। ਇਸ ਤਰ੍ਹਾਂ 13 ਐਂਪੀਅਰ ਵਾਲਾ ਬਿਜਲੀ ਫਿਊਜ਼ ਸਿਰਫ 13 ਐਂਪੀਅਰ ਤੱਕ ਬਿਜਲੀ ਧਾਰਾ ਆਪਦੇ ਵਿੱਚੋਂ ਪ੍ਰਵਾਹਿਤ ਕਰ ਸਕਦਾ ਹੈ। ਇਸ ਤੋਂ ਵੱਧ ਬਿਜਲੀ ਧਾਰਾ ਲੰਘਣ ਤੇ ਇਸ ਵਿੱਚ ਲੱਗੀ ਤਾਰ ਪਿੰਗਲ ਕੇ ਟੁੱਟ ਜਾਂਦੀ ਹੈ। ਸਾਨੂੰ ਮਾਰਕੀਟ ਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਵੱਖਰੀ ਪੜਤ ਵਾਲੇ ਫਿਊਜ਼ ਮਿਲ ਜਾਂਦੇ ਨੇ। ਅੱਜ ਕੱਲ੍ਹ ਬਿਜਲੀ ਫਿਊਜ਼ ਦੀ ਜਗ੍ਹਾ ਤੇ ਇੱਕ ਨਵਾਂ ਉਪਕਰਨ ਵਰਤਿਆ ਜਾਂਦਾ ਹੈ, ਜਿਸ ਨੂੰ MCB ਕਿਹਾ ਜਾਂਦਾ ਹੈ। ਇਸ ਨੂੰ ਕੀ ਕਿਹਾ ਜਾਂਦਾ ਹੈ? MCB, ਮਲਟੀ ਸਰਕਟ ਬ੍ਰੇਕਰ। ਇਹ ਬਿਜਲੀ ਫਿਊਜ਼ ਤੋਂ ਵੀ ਵਧੀਆ ਕਿਸਮ ਦਾ ਫਿਊਜ਼ ਹੈ। ਇਹ ਥੋੜੀ ਜਿਹੀ, ਜੇਕਰ ਇਹਨਾਂ ਫਿਊਜ਼ਾਂ ਦੇ ਵਿੱਚ ਤਾਂ ਕੀ ਹੁੰਦਾ ਹੈ ਕਿ ਬਿਜਲੀ ਇਸ ਤਾਰ ਨੂੰ ਪਿਘਲਣ ਲਈ ਕੁਝ ਸਮਾਂ ਲੱਗਦਾ ਹੈ, ਪਰ ਇਹ ਸਰਕਟ ਜਿਹੜਾ ਮਲਟੀ ਸਰਕਟ ਬ੍ਰੇਕਰ ਹੈ, ਇਹ ਉਸ ਤੋਂ ਵੀ ਜਲਦੀ ਕੰਮ ਕਰਦਾ ਹੈ। ਇਸ ਨੂੰ MCB। ਹੁਣ ਅਸੀਂ ਬਿਜਲਈ ਧਾਰਾ ਦੇ ਚੁੰਬਕੀ ਪ੍ਰਭਾਵ ਬਾਰੇ ਜਾਣਦੇ ਹਾਂ। ਜਦੋਂ ਕਿਸੇ ਤਾਰ ਵਿੱਚੋਂ ਬਿਜਲਈ ਧਾਰਾ ਲੰਘਦੀ ਹੈ ਤਾਂ ਉਹ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦੀ ਹੈ। ਇਸ ਨੂੰ ਬਿਜਲੀ ਧਾਰਾ ਦਾ ਚੁੰਬਕੀ ਪ੍ਰਭਾਵ ਕਹਿੰਦੇ ਹਨ। ਇਸ ਪ੍ਰਭਾਵ ਨੂੰ ਸਭ ਤੋਂ ਪਹਿਲਾਂ ਹੈਂਸ ਕ੍ਰਿਸਚਨ ਆਰਸਟੈਡ ਨੇ ਨੋਟ ਕੀਤਾ। ਉਹ ਬਿਜਲਈ ਧਾਰਾ ਨਾਲ ਸੰਬੰਧਿਤ ਕੁਝ ਪ੍ਰਯੋਗ ਕਰ ਰਹੇ ਸਨ ਤੇ ਉਹਨਾਂ ਦੇ ਕੋਲ ਇੱਕ ਚੁੰਬਕੀ ਕੰਪਾਸ ਪਈ ਹੋਈ ਸੀ। ਪਿਆਰੇ ਬੱਚਿਓ, ਤੁਸੀਂ 6ਵੀਂ 'ਚ ਜਾਣਦੇ ਹੀ ਹੋ ਕਿ ਚੁੰਬਕੀ ਕੰਪਾਸ ਕੀ ਹੁੰਦੀ ਹੈ। ਇਸ ਦੇ ਚੁੰਬਕੀ ਕੰਪਾਸ ਸਾਨੂੰ ਦਿਸ਼ਾ ਦੱਸਦੀ ਹੈ ਤੇ ਇਸ ਦੀ ਸੂਈ ਹਮੇਸ਼ਾ ਦੱਖਣ ਵਾਲੇ ਉੱਤਰ ਵਾਲੇ ਪਾਸੇ ਪੁਆਇੰਟ ਕਰਦੀ ਹੈ, ਨਾਰਥ ਵਾਲੇ ਪਾਸੇ। ਤੇ ਇਹ ਜਿਹੜੀ ਚੁੰਬਕੀ ਸੂਈ ਹੁੰਦੀ ਹੈ, ਇਹ ਇੱਕ ਛੋਟਾ ਜਿਹਾ ਚੁੰਬਕ ਹੁੰਦਾ ਹੈ। ਫਿਰ ਬੱਚੋ, ਜਦੋਂ ਹੀ ਉਹਨਾਂ ਉਹ ਸਵਿੱਚ ਨੂੰ ਔਨ ਕਰਦੇ ਸਨ ਤਾਂ ਕੀ ਹੁੰਦਾ ਸੀ, ਜਿਹੜੀ ਚੁੰਬਕੀ ਸੂਈ ਦੀ ਦਿਸ਼ਾ ਬਦਲ ਜਾਂਦੀ ਸੀ। ਉਹਨਾਂ ਨੇ ਇਸ ਦਾ ਇਹ ਸਿੱਟਾ ਕੱਢਿਆ ਕਿ ਜਦੋਂ ਵੀ ਕਿਸੇ ਤਾਰ ਦੇ ਵਿੱਚੋਂ ਬਿਜਲਈ ਧਾਰਾ ਪ੍ਰਵਾਹਿਤ ਹੁੰਦੀ ਹੈ ਤਾਂ ਆ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦੀ ਹੈ। ਇਸ ਨੂੰ ਬਿਜਲੀ ਧਾਰਾ ਦਾ ਚੁੰਬਕੀ ਪ੍ਰਭਾਵ ਕਹਿੰਦੇ ਹਨ। ਇਸ ਤਰ੍ਹਾਂ ਉਹਨਾਂ ਨੇ ਇੱਕ ਆਪਰੇਟਰ ਸੈਟਅਪ ਕੀਤਾ। ਉਹਨਾਂ ਨੇ ਇੱਕ ਛੋਟੀ ਜਿਹੀ ਡੱਬੀ ਦੇ ਵਿੱਚ ਇੱਕ ਚੁੰਬਕੀ ਕੰਪਾਸ ਰੱਖੀ। ਉਸ ਡੱਬੀ ਦੇ ਉੱਪਰ ਇਸ ਤਰ੍ਹਾਂ ਤਾਰਾਂ ਨੂੰ ਗੋਲ ਗੋਲ ਪਾ ਦਿੱਤਾ। ਉਸ ਤੋਂ ਬਾਅਦ ਜਦੋਂ ਹੀ ਉਸ ਸਵਿੱਚ ਨੂੰ ਔਨ ਕਰਦੇ ਸਨ, ਚੁੰਬਕੀ ਸੂਈ ਦੀ ਦਿਸ਼ਾ ਇਸ ਡੱਬੀ ਦੇ ਅਨੁਸਾਰ ਹੋ ਜਾਂਦੀ ਸੀ। ਇਸ ਤੋਂ ਇਹ ਸਿੱਟਾ ਨਿਕਲਿਆ ਕਿ ਇੱਥੇ ਇੱਕ ਚੁੰਬਕ ਪੈਦਾ ਹੋ ਰਿਹਾ ਹੈ। ਤੇ ਚੁੰਬਕ ਨੂੰ ਕੌਣ ਪੈਦਾ ਕਰ ਰਿਹਾ ਹੈ? ਇਹ ਤਾਰ ਦੀ ਕੁੰਡਲੀ। ਤਾਰ ਦੀ ਕੁੰਡਲੀ 'ਚ ਕੀ ਪ੍ਰਵਾਹਿਤ ਹੋ ਰਹੀ ਹੈ? ਬਿਜਲੀ ਧਾਰਾ। ਜਦੋਂ ਬਿਜਲੀ ਧਾਰਾ ਬੰਦ ਹੁੰਦੀ ਸੀ ਤੇ ਚੁੰਬਕ ਵੀ ਖਤਮ ਹੋ ਜਾਂਦਾ ਸੀ। ਇਸ ਤੋਂ ਇਹ ਪਤਾ ਚੱਲਿਆ ਕਿ ਜਦੋਂ ਵੀ ਕਿਸੇ ਤਾਰ ਦੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੁੰਦੀ ਹੈ ਤੇ ਉਹ ਤਾਰ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਦੀ ਹੈ। ਇਸ ਸਿਧਾਂਤ ਦੇ ਆਧਾਰ ਤੇ ਅਸੀਂ ਬਿਜਲਈ ਚੁੰਬਕ ਬਣਾ ਸਕਦੇ ਹਾਂ। ਅਸੀਂ ਇੱਕ ਲੋਹੇ ਦੇ ਨੇਲ ਦੇ ਉੱਪਰ ਰੋਧਕ ਤਾਂਬੇ ਦੀ ਤਾਰ ਨੂੰ ਇਸ ਤਰ੍ਹਾਂ ਗੋਲ ਗੋਲ ਲਪੇਟ ਦੇਣਾ। ਜਦੋਂ ਇਸ ਤਾਰ ਨੂੰ ਅਸੀਂ ਗੋਲ ਗੋਲ ਲਪੇਟ ਦੇਵਾਂਗੇ ਤੇ ਇਸ ਦੋਨਾਂ ਸਿਰਿਆਂ ਨੂੰ ਅਸੀਂ ਇੱਕ ਪਾਸੇ ਬੈਟਰੀ ਨਾਲ ਜੋੜ ਦੇਣਾ। ਬੈਟਰੀ ਦਾ ਦੂਸਰਾ ਸਿਰਾ ਅਸੀਂ ਕਿਸ ਨਾਲ ਜੋੜ ਦਿਆਂਗੇ? ਸਵਿੱਚ ਨਾਲ। ਤੇ ਇਸ ਕੁੰਡਲੀ ਦਾ ਦੂਸਰਾ ਸਿਰਾ ਅਸੀਂ ਸਵਿੱਚ ਨਾਲ ਜੋੜ ਦਿਆਂਗੇ। ਜਦੋਂ ਹੀ ਅਸੀਂ ਇਸ ਸਵਿੱਚ ਨੂੰ ਔਨ ਸਥਿਤੀ 'ਚ ਕਰਾਂਗੇ ਤਾਂ ਇਸ ਦੇ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋਣੀ ਸ਼ੁਰੂ ਹੋ ਜਾਏਗੀ। ਤੇ ਜਦੋਂ ਇਹ ਬਿਜਲੀ ਧਾਰਾ ਪ੍ਰਵਾਹਿਤ ਹੋਏਗੀ ਤੇ ਇਹ ਲੋਹੇ ਦੀ ਨੇਲ, ਲੋਹੇ ਦੀ ਕਿੱਲ ਇੱਕ ਚੁੰਬਕ ਵਾਂਗ ਬਿਹੇਵ ਕਰੇਗੀ। ਇਹ ਇੱਕ ਚੁੰਬਕ ਵਾਂਗ ਬਿਹੇਵ ਕਰੇਗੀ। ਜਦੋਂ ਵੀ ਤੁਸੀਂ ਇਸ ਨੂੰ ਲੋਹੇ ਦੀਆਂ ਵਸਤੂਆਂ ਦੇ ਨਜ਼ਦੀਕ ਲੈ ਕੇ ਜਾਓਗੇ ਤੇ ਲੋਹੇ ਦੀ ਵਸਤੂਆਂ ਨੂੰ ਆਕਰਸ਼ਿਤ ਕਰ ਲਏਗੀ। ਪਰ ਜਦੋਂ ਇਸ ਸਵਿੱਚ ਨੂੰ ਤੁਸੀਂ ਆਫ ਕਰੋਗੇ ਤੇ ਇਹ ਲੋਹੇ ਦੀ ਵਸਤੂਆਂ ਨੂੰ ਛੱਡ ਦੇਵੇਗੀ। ਇਸ ਤੋਂ ਕੀ ਪਤਾ ਚੱਲਿਆ ਕਿ ਜਦੋਂ ਅਸੀਂ ਸਵਿੱਚ ਨੂੰ ਆਫ ਕੀਤਾ ਤੇ ਇਸ ਦਾ ਚੁੰਬਕੀ ਗੁਣ ਖਤਮ ਹੋ ਗਿਆ। ਇਸ ਸਿਧਾਂਤ ਦੇ ਆਧਾਰ ਤੇ ਅਸੀਂ ਇਲੈਕਟ੍ਰਿਕ ਕ੍ਰੇਨ ਬਣੀਆਂ ਹੁੰਦੀਆਂ ਨੇ। ਜਿਹੜੀਆਂ ਇਲੈਕਟ੍ਰਿਕ ਕ੍ਰੇਨਸ ਹੁੰਦੀਆਂ ਨੇ, ਇਹਨਾਂ ਦੇ ਵਿੱਚ ਵੀ ਇੱਥੇ ਇੱਕ ਬਿਜਲਈ ਕੁੰਡਲੀ ਹੁੰਦੀ ਹੈ। ਜਦੋਂ ਹੀ ਸਵਿੱਚ ਨੂੰ ਔਨ ਕੀਤਾ ਜਾਂਦਾ ਹੈ, ਜਦੋਂ ਸਵਿੱਚ ਨੂੰ ਔਨ ਕੀਤਾ ਜਾਂਦਾ ਹੈ ਤਾਂ ਬਿਜਲੀ ਧਾਰਾ ਪ੍ਰਵਾਹਿਤ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਵਾਲਾ ਹਿੱਸਾ ਚੁੰਬਕ ਤਰ੍ਹਾਂ ਬਿਹੇਵ ਕਰਦਾ ਹੈ ਅਤੇ ਲੋਹੇ ਦੇ ਭਾਰੀ ਸਮਾਨ ਨੂੰ ਚੁੱਕ ਲੈਂਦਾ ਹੈ। ਅਤੇ ਜਿਸ ਜਗ੍ਹਾ ਤੇ ਸਮਾਨ ਨੂੰ ਛੱਡਣਾ ਹੁੰਦਾ ਹੈ ਉਸ ਜਗ੍ਹਾ ਤੇ ਇਸ ਸਵਿੱਚ ਨੂੰ ਆਫ ਕਰ ਦਿੱਤਾ ਜਾਂਦਾ ਹੈ। ਆਫ ਕਰਨ ਨਾਲ
ਇਹ ਵਾਲਾ ਹਿੱਸਾ ਆਪਦਾ ਚੁੰਬਕੀ ਗੁਣ ਗਵਾ ਦਿੰਦਾ ਹੈ ਅਤੇ ਜਿਸ ਦੇ ਕਾਰਨ ਲੋਹੇ ਦੀਆਂ ਜਿਹੜੀਆਂ ਵਸਤੂਆਂ ਇਸ ਨਾਲ ਚਿਪਕੀਆਂ ਹੁੰਦੀਆਂ ਨੇ ਉਹ ਨੀਚੇ ਜ਼ਮੀਨ ਤੇ ਡਿੱਗ ਜਾਂਦੀਆਂ ਨੇ। ਇਸ ਸਿਧਾਂਤ ਦੇ ਆਧਾਰ ਤੇ ਹੀ ਬਿਜਲਈ ਘੰਟੀ ਦਾ ਨਿਰਮਾਣ ਕੀਤਾ ਜਾਂਦਾ ਹੈ। ਬਿਜਲਈ ਘੰਟੀ ਦੇ ਵਿੱਚ ਕੀ ਹੁੰਦਾ ਹੈ, ਇੱਕ ਘੰਟੀ ਲੱਗੀ ਹੁੰਦੀ ਹੈ। ਇਸ ਘੰਟੀ ਦੇ ਨਾਲ ਕੀ ਬਣਿਆ, ਇਹ ਇੱਕ ਹਥੌੜੀ ਹੈ, ਇਹ ਆਰਮੇਚਰ ਹੈ, ਇਹ ਹਥੌੜੀ ਹੈ, ਇਸ ਨੂੰ ਹਥੌੜਾ ਵੀ ਕਹਿ ਸਕਦੇ ਹਾਂ। ਤੇ ਇੱਥੇ ਇੱਕ ਕੁੰਡਲੀ ਤਿਆਰ ਕੀਤੀ ਗਈ ਹੈ। ਇੱਥੇ ਲੋਹੇ ਦੀ ਆਇਰਨ ਦੇ ਉੱਪਰ ਰੋਧਕ ਤਾਂਬੇ ਦੀ ਤਾਰ ਨੂੰ ਗੋਲ ਗੋਲ ਵਲਿਆ ਗਿਆ। ਹੁਣ ਤੁਸੀਂ ਦੇਖ ਹੀ ਰਹੇ ਹੋ, ਇੱਥੇ ਰੋਧਕ ਤਾਂਬੇ ਦੀ ਤਾਰ ਨੂੰ ਗੋਲ ਗੋਲ ਵਲਿਆ ਗਿਆ ਤੇ ਇਸ ਦਾ ਇੱਕ ਹਿੱਸਾ ਇਸ ਹਥੌੜੀ ਨਾਲ ਜੁੜਿਆ ਹੁੰਦਾ ਹੈ। ਹੁਣ ਦੂਸਰਾ ਹਿੱਸਾ ਬਿਜਲੀ ਦੇ ਸੈੱਲ ਨਾਲ, ਉਸ ਤੋਂ ਬਾਅਦ ਸੈੱਲ ਦਾ ਦੂਸਰਾ ਹਿੱਸਾ ਇੱਕ ਸਵਿਚ ਨਾਲ ਜੁੜਿਆ ਹੋਇਆ ਹੈ। ਇਹ ਸਵਿਚ ਨਾਲ ਜੁੜਿਆ ਹੋਇਆ ਹੈ ਤੇ ਸਵਿਚ ਦਾ ਦੂਸਰਾ ਹਿੱਸਾ ਇਸ ਸਪਰਿੰਗ ਨਾਲ ਜੁੜਿਆ ਹੈ। ਹੁਣ ਤੁਸੀਂ ਕੀ ਦੇਖਦੇ ਹੋ, ਜਦੋਂ ਹੀ ਅਸੀਂ ਸਵਿਚ ਨੂੰ ਔਨ ਕਰਾਂਗੇ ਤੇ ਇਸ ਦੇ ਵਿੱਚੋਂ ਬਿਜਲੀ ਧਾਰਾ ਦਾ ਪ੍ਰਵਾਹ ਹੋਣਾ ਸ਼ੁਰੂ ਹੋ ਜਾਏਗਾ। ਤੁਸੀਂ ਧਿਆਨ ਨਾਲ ਦੇਖੋ, ਇਹ ਜਿਹੜਾ ਸਕਰੂ ਹੈ ਇਹ ਇੱਥੇ ਹਥੌੜੇ ਨਾਲ ਜੁੜਿਆ ਹੋਇਆ ਹੈ। ਹੁਣ ਇਸ ਰਸਤੇ ਬਿਜਲੀ ਧਾਰਾ ਵਗੇਗੀ, ਇੱਥੋਂ ਬਿਜਲੀ ਧਾਰਾ ਹੁੰਦੀ ਹੋਈ ਇਸ ਕੁੰਡਲੀ ਵਿੱਚ ਪ੍ਰਵੇਸ਼ ਕਰ ਜਾਵੇਗੀ। ਹੁਣ ਪਿਆਰੇ ਬੱਚੋ, ਜਦੋਂ ਇਹ ਕੁੰਡਲੀ ਵਿੱਚੋਂ ਬਿਜਲੀ ਧਾਰਾ ਪ੍ਰਵਾਹਿਤ ਹੋਏਗੀ ਤੇ ਇਹ ਕੁੰਡਲੀ ਚੁੰਬਕ ਤਰ੍ਹਾਂ ਬਿਹੇਵ ਕਰੇਗੀ ਅਤੇ ਲੋਹੇ ਦੀ ਹਥੌੜੀ ਨੂੰ ਆਪਣੇ ਵੱਲ ਆਕਰਸ਼ਿਤ ਕਰੇਗੀ। ਜਿਹੜੀ ਲੋਹੇ ਦੀ ਹਥੌੜੀ ਹੈ ਇਸ ਨੂੰ ਆਪਣੇ ਵੱਲ ਆਕਰਸ਼ਿਤ ਕਰੇਗੀ ਤੇ ਇਹ ਲੋਹੇ ਦੀ ਹਥੌੜੀ ਇਸ ਲੱਗੀ ਬੈਲ ਦੇ ਨਾਲ ਟਕਰਾਵੇਗੀ ਤੇ ਜਿਸ ਨਾਲ ਆਵਾਜ਼ ਪੈਦਾ ਹੋਏਗੀ। ਜਦੋਂ ਹੀ ਲੋਹੇ ਦੀ ਹਥੌੜੀ ਇਸ ਕੁੰਡਲੀ ਵੱਲ ਆਕਰਸ਼ਿਤ ਹੋਏਗੀ ਤੇ ਇਸ ਜਗ੍ਹਾ ਤੋਂ ਇਸ ਦਾ ਸੰਪਰਕ ਟੁੱਟ ਜਾਏਗਾ। ਜਦੋਂ ਇਸ ਦਾ ਸੰਪਰਕ ਟੁੱਟੇਗਾ ਉਸ ਨਾਲ ਕੀ ਹੋਏਗਾ, ਬਿਜਲੀ ਧਾਰਾ ਦਾ ਸਰਕਟ ਵੀ ਟੁੱਟ ਜਾਏਗਾ, ਬਿਜਲੀ ਧਾਰਾ ਦਾ ਪ੍ਰਵਾਹ ਵੀ ਰੁਕ ਜਾਏਗਾ ਅਤੇ ਜਿਸ ਨਾਲ ਇਸ ਦੇ ਚੁੰਬਕੀ ਗੁਣ ਹਟ ਜਾਣਗੇ ਤੇ ਸਪਰਿੰਗ ਦੀ ਸਹਾਇਤਾ ਨਾਲ ਇਹ ਹਥੌੜੀ ਵਾਪਸ ਪਿੱਛੇ ਇਸ ਸਕਰੂ ਦੇ ਨਾਲ ਲੱਗ ਜਾਏਗੀ। ਜਦੋਂ ਹੀ ਇਹ ਹਥੌੜੀ ਵਾਪਸ ਸਕਰੂ ਦੇ ਨਾਲ ਲੱਗੇਗੀ ਤਾਂ ਕੀ ਹੋਏਗਾ, ਫਿਰ ਤੋਂ ਬਿਜਲੀ ਧਾਰਾ ਦਾ ਪ੍ਰਵਾਹ ਸ਼ੁਰੂ ਹੋ ਜਾਏਗਾ ਅਤੇ ਜਿਸ ਨਾਲ ਇਹ ਕੁੰਡਲੀ ਫਿਰ ਤੋਂ ਚੁੰਬਕ ਬਣ ਜਾਵੇਗੀ ਅਤੇ ਚੁੰਬਕ ਬਣਨ ਦੌਰਾਨ ਇਸ ਹਥੌੜੇ ਨੂੰ ਆਪਣੇ ਵੱਲ ਆਕਰਸ਼ਿਤ ਕਰੇਗੀ। ਜਦੋਂ ਹੀ ਆਕਰਸ਼ਿਤ ਕਰੇਗੀ ਤੇ ਉਸ ਸਮੇਂ ਇਸ ਸਕਰੂ ਨਾਲੋਂ ਇਸ ਦਾ ਸੰਪਰਕ ਟੁੱਟ ਜਾਏਗਾ ਅਤੇ ਇਹ ਬੈਲ ਦੇ ਨਾਲ ਟਕਰਾਉਣ ਤੋਂ ਬਾਅਦ ਫਿਰ ਵਾਪਸ ਚਲੀ ਜਾਏਗੀ। ਇਹ ਵਾਰ-ਵਾਰ ਹੁੰਦਾ ਰਹੇਗਾ ਜਦੋਂ ਤੱਕ ਸਵਿਚ ਔਨ ਰਹੇਗਾ। ਇਸ ਤਰ੍ਹਾਂ ਬਿਜਲੀ ਘੰਟੀ ਕੰਮ ਕਰਦੀ ਹੈ। ਪਿਆਰੇ ਬੱਚੇ, ਇਹ ਸੀ ਆਪਣਾ ਚੈਪਟਰ ਜਿਸ ਵਿੱਚ ਅਸੀਂ ਬਿਜਲੀ ਧਾਰਾ ਦੇ ਵੱਖ-ਵੱਖ ਪ੍ਰਭਾਵਾਂ ਬਾਰੇ ਪੜ੍ਹਿਆ। ਪਹਿਲਾਂ ਪੜ੍ਹਿਆ ਸੀ ਬਿਜਲੀ ਧਾਰਾ ਦਾ ਤਾਪਨ ਪ੍ਰਭਾਵ, ਹੁਣ ਅਸੀਂ ਕੀ ਪੜ੍ਹਿਆ, ਬਿਜਲੀ ਧਾਰਾ ਦਾ ਚੁੰਬਕੀ ਪ੍ਰਭਾਵ। ਇਸ ਵੀਡੀਓ ਨੂੰ ਧਿਆਨ ਨਾਲ ਸੁਣਨਾ, ਜਿੱਥੇ ਕੁਝ ਸਮਝ ਨਹੀਂ ਆਉਂਦੀ ਵੀਡੀਓ ਨੂੰ ਬੈਕ ਕਰਕੇ ਦੁਬਾਰਾ ਤੋਂ ਦੇਖਣਾ। ਧੰਨਵਾਦ।